ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਚੌਥਾ। ਹਰ ਹਰ ਨਾਮ ਕੀ ਮਨ ਭੂਖ ਲਗਾਈ, ਨਾਮ ਸੁਨਿਐ ਮਨ ਤ੍ਰਿਪਤੈ ਮੇਰੇ ਭਾਈ। ਹੇ ਭਾਈ, ਹਰੇਕ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੀ ਭੁੱਖ ਤਾਂਘ ਸਾਡੇ ਮਨ ਹਿਰਦੇ ਵਿੱਚ ਗੁਰਾਂ ਨੇ ਲਾ ਦਿੱਤੀ ਹੈ ਅਤੇ ਸਾਡੇ ਭਾਈ ਭਰਾਵੋ, ਪਰਮੇਸ਼ਰ ਦਾ ਨਾਮ ਸਰਵਣ ਕਰਕੇ ਹੀ ਸਾਡਾ ਮਨ ਹਿਰਦਾ ਤ੍ਰਿਪਤੈ ਰੱਜਦਾ ਹੈ। ਨਾਮ ਜਪੋ ਮੇਰੇ ਗੁਰਸਿੱਖ ਮੀਤਾ। ਹੇ ਮੇਰੇ ਸਾਡੇ ਗੁਰਸਿੱਖ ਮਿੱਤਰੋ, ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ। ਨਾਮ ਜਪੋ ਨਾਮੇ ਸੁਖ ਪਾਵੋ, ਨਾਮ ਰੱਖੋ ਗੁਰਮਤਿ ਮਨ ਚੀਤਾ ਰਹਾਉ। ਨਾਮ ਨੂੰ ਹੀ ਜਪਣਾ ਕਰੋ, ਨਾਮ ਕਰਕੇ ਸੁਖ ਆਨੰਦ ਸਰੂਪ ਨੂੰ ਪਾ ਲਵੋਗੇ। ਇਸ ਲਈ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਨਾਮ ਨੂੰ ਮਨ ਹਿਰਦੇ ਦੀ ਚੀਤਾ ਚਿਤਵਨੀ ਹਿਰਦੇ ਵਿੱਚ ਚੀਤਾ ਚੇਤੇ ਰੱਖਣਾ ਕਰੋ। ਰਹਾਓ ਨਾਮੋ ਨਾਮ ਸੁਣੀ ਮਨ ਸਰਸਾ, ਨਾਮ ਲਾਹਾ ਲੈ ਗੁਰਮਤਿ ਬਿਗਸਾ। ਜਿਨ੍ਹਾਂ ਨੇ ਕੇਵਲ ਨਾਮ ਹੀ ਨਾਮ ਨੂੰ ਸਰਵਣ ਕੀਤਾ ਹੈ, ਉਹਨਾਂ ਦਾ ਮਨ ਹਿਰਦਾ ਸਰਸਾ ਸਹਿਤ ਰਸਾਂ ਦੇ ਆਨੰਦ ਪ੍ਰਸੰਨ ਹੋਇਆ ਬਹੁਤ ਜ਼ਿਆਦਾ। ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਨਾਮ ਦਾ ਲਾਹਾ ਲਾਭ ਲੈ ਕੇ ਉਹਨਾਂ ਦਾ ਚਿੱਤ ਬਿਗਸਾ ਖਿੜਿਆ ਰਹਿੰਦਾ ਹੈ। ਨਾਮ ਬਿਨਾ ਕੁਸਟੀ ਮੋਹ ਅੰਧਾ, ਸਭ ਨਿਹਫਲ ਕਰਮ ਕੀਏ ਦੁਖ ਧੰਦਾ। ਪਰਮੇਸ਼ਰ ਦੇ ਨਾਮ ਤੋਂ ਬਗੈਰ ਵਿਵੇਕ ਵੈਰਾਗ ਦੇ ਨੇਤਰਾਂ ਤੋਂ ਹੀਣਾ ਅੰਨਾ ਅਗਿਆਨੀ ਜੀਵ ਪਦਾਰਥਾਂ ਦੇ ਝੂਠੇ ਮੋਹ ਕਰਕੇ ਕੋਹੜੀ ਹੋ ਰਿਹਾ ਹੈ। ਸਾਰੇ ਜਪ ਤਪ ਆਦਿ ਸੰਸਾਰੀ ਕਰਮ ਕੀਤੇ ਹੋਏ ਨਿਸਫਲ ਹੀ ਹਨ। ਕੰਮਾਂ ਕਾਜਾਂ ਜੰਜਾਲਾਂ ਵਿੱਚ ਫਸਿਆ ਹੋਇਆ ਅੰਤ ਨੂੰ ਜੰਮਣ ਮਰਨ ਰੂਪੀ ਦੁੱਖ ਕਸ਼ਟ ਹੀ ਮਿਲਦਾ ਹੈ। ਹਰ 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 ਜਸ ਜਪੈ ਵੱਡ ਭਾਗੀ, ਨਾਨਕ ਗੁਰਮਤਿ ਨਾਮ ਲਿਵ ਲਾਗੀ। ਜੋ ਪਰਮੇਸ਼ਰ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਹੈ, ਉਸ ਦੇ ਜਸ ਕੀਰਤਨ ਨੂੰ ਵੱਡਿਆਂ ਭਾਗਾਂ ਵਾਲਾ ਹੀ ਜਪਦਾ ਹੈ। ਹੇ ਵੱਡ ਭਾਗੀ, ਵੱਡਿਆਂ ਭਾਗਾਂ ਵਾਲੇ ਪੁਰਸ਼ੋ, ਹਰੀ ਨਾਮ ਦਾ ਸਰਵਣ ਕਰੋ, ਹਰੀ ਨਾਮ ਦਾ ਮੰਨਣ ਕਰੋ, ਹਰੀ ਨਾਮ ਦਾ ਨਿਧਿਆਸਨ ਕਰੋ ਅਤੇ ਉਸ ਦੇ ਕੀਰਤਨ ਨੂੰ ਜਪ ਕੇ ਤਤ ਤੁੰਗ ਪਦ ਦਾ ਸੰਸ਼ੋਧਨ ਕਰੋ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਇਸ ਪ੍ਰਕਾਰ ਗੁਰੂ ਦੀ ਸਿੱਖਿਆ ਦੁਆਰਾ ਨਾਮ ਵਿੱਚ ਲਿਵ ਬਿਰਤੀ ਲੱਗ ਜਾਂਦੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹੱਲਾ ਚੌਥਾ। ਰਾਗ ਆਸਾ ਘਰ ਛੇਵੇਂ ਕੇ ਤਿੰਨ। ਇੱਕ ਦਿਨ ਸਤਿਗੁਰੂ ਰਾਮਦਾਸ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਦੇ ਹੇਠਾਂ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਅਤੇ ਉਪਦੇਸ਼ ਬਖਸ਼ ਰਹੇ ਸਨ। ਉਸ ਸਮੇਂ ਗੋਰਖਨਾਥ ਦੇ ਸਮੇਤ ਹੋਰ ਸਿੱਧ ਗੁਰੂ ਸਾਹਿਬ ਜੀ ਕੋਲ ਪ੍ਰਗਟ ਹੋ ਗਏ ਅਤੇ ਮਹਾਰਾਜ ਜੀ ਨੂੰ ਆਦੇਸ਼ ਕਿਹਾ। ਅੱਗੋਂ ਸਤਿਗੁਰਾਂ ਨੇ ਕਿਹਾ, ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੈ ਹਮ ਆਦੇਸ ਰਹਾਉ। ਸਾਡੀ ਉਸ ਵਾਹਿਗੁਰੂ ਨੂੰ ਹੀ ਨਮਸਕਾਰ ਹੈ। ਸਿੱਧ ਕਹਿਣ ਲੱਗੇ ਕਿ ਮਹਾਰਾਜ ਜੀ, ਤੁਸੀਂ ਸਾਡਾ ਜੋਗ ਮਤ ਧਾਰਨ ਕਰ ਲਓ। ਸਤਿਗੁਰੂ ਜੀ ਨੇ ਕਿਹਾ ਕਿ ਹੇ ਜੋਗੀਓ, ਜੋਗ ਮਤ ਦਾ ਅਸੀਂ ਕੀ ਧਾਰਨ ਕਰਨਾ ਹੈ। ਗੁਰਮਤਿ ਦੁਆਰਾ ਪਰਮੇਸ਼ਰ ਦੇ ਨਾਮ ਜਾਂ ਗੁਣਾਂ ਨੂੰ ਬੋਲਣਾ ਹੀ ਚੰਗਾ ਹੈ। ਫਿਰ ਕਰਾਮਾਤਾਂ ਦੁਆਰਾ ਪਰਖਣਾ ਚਾਹਿਆ, ਪਰੰਤੂ ਸਤਿਗੁਰੂ ਜੀ ਅਡੋਲ ਬੈਠੇ ਰਹੇ। ਸਿੱਧ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਮਹਾਰਾਜ, ਤੁਸੀਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੌਥੇ ਸਰੂਪ ਵਿੱਚ ਉਹਨਾਂ ਦੀ ਗੱਦੀ ਉੱਪਰ ਸੁਭਾਏਮਾਨ ਹੋ। ਤੁਸੀਂ ਸਭ ਪਾਸਿਓਂ ਪੂਰਨ ਹੋ, ਸਮਰੱਥ ਹੋ। ਉਸ ਵੇਲੇ ਸਿੱਧਾਂ ਨੇ ਸਤਿਗੁਰਾਂ ਨਾਲ ਚਰਚਾ ਕੀਤੀ ਅਤੇ ਸਤਿਗੁਰਾਂ ਨੇ ਇਹ ਸ਼ਬਦ ਸਿੱਧਾਂ ਦੇ ਪਰਥਾਏ ਉਚਾਰਨ ਕੀਤਾ। ਪਹਿਲਾ ਮੰਗਲ ਕਰਦੇ ਹਨ। ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜਿਹੜਾ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਦੇ ਆਸਾ ਰਾਗ ਦੇ ਛੇਵੇਂ ਘਰ ਸੁਰਤਾਲ ਵਿੱਚ ਤਿੰਨ ਸ਼ਬਦ ਆਉਣਗੇ। ਹੱਥ ਕਰ ਤੰਤ ਵਜਾਵੈ ਜੋਗੀ, ਥੋਥਰ ਵਾਜੈ ਬੇਨ। ਹੇ ਜੋਗੀ, ਜੋਗ ਮਤ ਦੇ ਧਾਰਨ ਵਾਲੇ ਸਿੱਧੋ,
ਜੋ ਹੱਥਾਂ ਵਿੱਚ ਹੱਥ ਕਾਰ ਕਰਕੇ ਤੰਤ ਤਾਰ ਵਾਲਾ ਤੁੰਤਣੀ ਵਾਜਾ ਵਜਾਉਂਦੇ ਹੋ ਅਤੇ ਜੋ ਤੁਹਾਡੀ ਬੀਨ ਵੱਜਦੀ ਹੈ, ਚਿੱਤ ਵਿੱਚ ਹਰੀ ਨਾਮ ਤੋਂ ਬਿਨਾਂ ਇਹਨਾਂ ਦਾ ਵਜਾਉਣਾ ਥੋਥਰ ਖਾਲੀ ਹੀ ਹੈ। ਗੁਰਮਤਿ ਹਰ ਗੁਣ ਬੋਲੋ ਜੋਗੀ, ਇਹ ਮਨੁਆ ਹਰ ਰੰਗ ਭੇਨ। ਹੇ ਜੋਗੀ, ਜੋਗ ਭੇਸ ਧਾਰਨ ਵਾਲੇ ਸਿੱਧੋ, ਇਸ ਕਰਕੇ ਗੁਰੂ ਦੀ ਸਿੱਖਿਆ ਧਾਰਨ ਕਰਕੇ ਪਰਮੇਸ਼ਰ ਦੇ ਗੁਣਾਂ ਉਪਕਾਰਾਂ ਨੂੰ ਮੁੱਖ ਦੁਆਰਾ ਬੋਲਣਾ ਕਰੋ ਅਤੇ ਇਸ ਮਨੁਆ ਮਨ ਨੂੰ ਹਰੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਭੇਨ ਕਹੀਏ ਭਿਉਣਾ ਕਰੋ। ਜੋਗੀ ਹਰ ਦੇਹ ਮਤੀ ਉਪਦੇਸ। ਹੇ ਜੋਗੀ, ਜੋਗ ਭੇਸ ਧਾਰਨ ਵਾਲੇ ਸਿੱਧੋ, ਅਸੀਂ ਤੁਹਾਨੂੰ ਉਪਦੇਸ਼ ਸਿੱਖਿਆ ਦਿੰਦੇ ਹਾਂ, ਜਿਸ ਕਰਕੇ ਤੁਹਾਡੀ ਮਤੀ ਕਹੀਏ ਬੁੱਧੀ ਵਿੱਚ ਪ੍ਰਭੂ ਪ੍ਰਾਪਤ ਹੋਵੇ। ਹੇ ਜੋਗੀਓ, ਆਪਣੀ ਮਤੀ ਬੁੱਧੀ ਨੂੰ ਅਜਿਹੀ ਉਪਦੇਸ਼ ਸਿੱਖਿਆ ਦੇਣਾ ਕਰੋ, ਜਿਸ ਕਰਕੇ ਤੁਹਾਨੂੰ ਪ੍ਰਮਾਤਮਾ ਪ੍ਰਾਪਤ ਹੋਵੇ। ਜੁਗ ਜੁਗ ਹਰ ਹਰ ਏਕੋ ਵਰਤੈ, ਤਿਸ ਆਗੈ ਹਮ ਆਦੇਸ ਰਹਾਉ। ਜੁਗਾਂ ਜੁਗਾਂ ਚੌਹਾਂ ਜੁਗਾਂ ਸਤਜੁਗ, ਤ੍ਰੇਤਾ ਦੁਆਪਰ ਕਲਯੁਗ। ਜੁਗ ਦੋ ਭਾਵ ਜੀਵ ਤੇ ਈਸ ਵਿੱਚ, ਜੁਗ ਦੋ ਨਾਸਤਕਾਂ ਤੇ ਆਸਤਕਾਂ ਵਿੱਚ, ਜਾਂ ਚੌਹਾਂ ਵਰਨਾ ਆਦਿ ਵਿੱਚ ਇੱਕੋ ਅਦਵੈਤ ਰੂਪ ਹਰੀ ਵਾਹਿਗੁਰੂ ਪਰਮੇਸ਼ਰ ਵਰਤ ਰਿਹਾ। ਉਸ ਪਰਮੇਸ਼ਰ ਦੇ ਅੱਗੇ ਸਾਡੀ ਨਮਸਕਾਰ ਹੈ। ਅਸੀਂ ਤਾਂ ਉਸ ਪਰਮੇਸ਼ਰ ਦਾ ਹੀ ਤੁਹਾਡੇ ਅੱਗੇ ਆਦੇਸ਼ ਭਾਵ ਉਪਦੇਸ਼ ਦੇਣਾ ਕਰਦੇ ਹਾਂ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ। ਗਾਵਹਿ ਰਾਗ ਭਾਤ ਬਹੁ ਬੋਲਹਿ, ਇਹੋ ਮਨੁਆ ਖੇਲੈ ਖੇਲ। ਜੋ ਤੁਸੀਂ ਰਾਗ ਗਾਉਂਦੇ ਹੋ, ਅਨੇਕ ਭਾਤ ਤਰੀਕਿਆਂ ਨਾਲ ਗੱਲਾਂ ਬਿਸ਼ਨ ਪਦੇ ਆਦਿ ਬੋਲਦੇ ਹੋ, ਇਹਨਾਂ ਦਾ ਕੀ ਲਾਭ ਹੋਵੇਗਾ ਜਦੋਂ ਇਹ ਤੁਹਾਡਾ ਮਨ ਪਦਾਰਥਾਂ ਮਾਇਆ ਦੀ ਖੇਡ ਵਿੱਚ ਖੇਲ ਰਿਹਾ, ਸੰਸਾਰ ਰੂਪੀ ਖੇਲ ਵਿੱਚ ਖੇਡਣ ਵਿੱਚ ਲੱਗਾ ਹੋਇਆ। ਜੋ ਵਹਿ ਕੂਪ ਸਿੰਚਨ ਕੋ ਬਸਦਾ, ਓਠ ਬੈਲ ਗਏ ਚਰ ਬੇਲ। ਤੁਹਾਡੇ ਯਤਨ ਤਾਂ ਇਸ ਪ੍ਰਕਾਰ ਆ, ਜਿਵੇਂ ਕੋਈ ਜ਼ਿਮੀਂਦਾਰ ਧਰਤੀ ਜ਼ਮੀਨ ਨੂੰ ਸਿੰਜਣ ਵਾਸਤੇ, ਪਾਣੀ ਦੇਣ ਵਾਸਤੇ ਖੂਹ ਨੂੰ ਜੋੜਨਾ ਕਰੇ ਅਤੇ ਬਲਦ ਸਿੰਜਣ ਤੋਂ ਪਹਿਲਾਂ ਹੀ ਉੱਠ ਕੇ ਬੇਲਾ ਕਹੀਏ ਵੇਲਾਂ ਆਦਿ ਫਸਲ ਤਾਈਂ ਚਰ ਗਏ ਹੋਣ। ਇਹ ਦ੍ਰਿਸ਼ਟਾਂਤ ਹੈ। ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਦਿੰਦੇ, ਹੇ ਜੋਗੀਓ, ਜੋ ਤੁਸੀਂ ਬੁੱਧ ਰੂਪੀ ਧਰਤੀ ਨੂੰ ਰਾਗ ਆਦਿ ਅਲਾਪਨ ਰੂਪ ਸਿੰਜਣਾ ਕਰਦੇ ਹੋ, ਇਸ ਦਾ ਕੀ ਲਾਭ ਹੈ ਜਦੋਂ ਤੁਹਾਡਾ ਮਨ ਰੂਪੀ ਬਲਦ ਹੀ ਵਾਸ਼ਨਾ ਵਿੱਚ ਉੱਠ ਕੇ ਕਰਣਾ, ਮੁੱਦਤਾ, ਮੈਤਰੀ, ਅਪੇਖਿਆ ਰੂਪੀ ਵੇਲਾਂ ਨੂੰ ਚਰ ਜਾਵੇ। ਖੂਹ ਜੋੜ ਕੇ ਜ਼ਮੀਨ ਸਿੰਜਣ ਦਾ ਕੀ ਲਾਭ ਜਦ ਬਲਦ ਹੀ ਉੱਠ ਕੇ ਜੰਗਲ ਵਿੱਚ ਘਾਹ ਚਰ ਲਈ ਚਲੇ ਜਾਣ। ਇਸੇ ਪ੍ਰਕਾਰ ਬੁੱਧ ਰੂਪੀ ਧਰਤੀ ਨੂੰ ਸੁਰ ਰਾਗ ਆਦਿ ਅਲਾਪਨ ਜਾਂ ਸਮਾਧੀ ਲਾਉਣ ਰੂਪ ਸਿੰਜਣ ਦਾ ਕੀ ਫਾਇਦਾ ਜਦ ਮਨ ਰੂਪ ਬਲਦ ਹੀ ਸੰਸਾਰ ਰੂਪ ਬੇਲੇ ਭਾਵ ਜੰਗਲ ਵਿੱਚ, ਇਸਤਰੀ ਰੂਪ ਵੇਲਾਂ ਦੀ ਚਿਤਵਨੀ ਵਿੱਚ ਵਿਸ਼ੇ ਰੂਪ ਘਾਹ ਚਰਨ ਗਿਆ ਹੋਵੇ। ਕਾਇਆ ਨਗਰ ਮਹਿ ਕਰਮ ਹਰ ਬੋਵੋ, ਹਰ ਜਾਮੈ ਹਰਿਆ ਖੇਤ। ਹੇ ਜੋਗੀਓ, ਕਾਇਆ ਸਰੀਰ ਰੂਪ ਨਗਰ ਜਿੱਥੇ ਬ੍ਰਿਛ ਬੂਟੇ ਲੱਗੇ ਹੋਣ, ਭਾਵ ਖੇਤ ਵਿੱਚ ਹਰੀ ਪਰਮੇਸ਼ਰ ਦੀ ਪ੍ਰਾਪਤੀ ਰੂਪ ਕਰਮਾਂ ਦਾ ਬੀਜ ਬੀਜਣਾ ਕਰੋ। ਹਰੀ ਨਾਮ ਦਾ ਸ਼ਰਵਣ ਕਰਨ ਰੂਪ ਬੀਜ ਬੀਜਣਾ ਕਰੋ। ਫਿਰ ਜੋ ਮੰਨਣ ਹੋਣਾ ਹੈ, ਇਹ ਜਾਮੈ ਜੰਮੇਗਾ ਭਾਵ ਉਗ ਪਵੇਗਾ ਤੇ ਨਿਧਿਆਸਨ ਹੋਣ ਰੂਪ ਖੇਤ ਹਰਾ ਭਰਾ ਹੋ ਜਾਵੇਗਾ। ਮਨੁਆ ਅਸਥਿਰ ਬੈਲ ਮਨ ਜੋਵੋ, ਹਰ ਸਿੰਚੋ ਗੁਰਮਤਿ ਜੇਤ। ਹੇ ਜੋਗੀਓ, ਆਪਣੇ ਮਨ ਨੂੰ ਪ੍ਰਭੂ ਨਾਮ ਵਿੱਚ ਅਸਥਿਰ ਸਥਿਤ ਕਰੋ। ਇਹ ਮਨ ਚਿੱਤ ਰੂਪ ਬੈਲ ਬਲਦ ਨੂੰ ਜੋੜਨਾ ਕਰੋ। ਫਿਰ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੀ ਸਿੱਖਿਆ ਦੁਆਰਾ ਅਭਿਆਸ ਕਰਨ ਰੂਪ ਸਿੰਜਣਾ ਕਰੋ, ਤਾਂ ਤੁਸੀਂ ਮਨੁੱਖਾ ਜਨਮ ਦੇ ਤਾਈਂ ਜਿੱਤ ਜਾਓਗੇ। ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ, ਜੋ ਦੇਹ ਮਤੀ ਤਿਤ ਚੇਲ। ਹੇ ਪਰਮੇਸ਼ਰ, ਜੋ ਜੋਗੀ ਜੋਗ ਭੇਖ ਧਾਰਨ ਵਾਲੇ, ਜੰਗਮ ਤੁਰਨ ਫਿਰਨ ਵਾਲੇ, ਸ਼ਿਵ ਮਤ ਵਾਲੇ ਆਦਿ ਭੇਖ ਆ, ਇਹ ਸਾਰੀ ਤੁਹਾਡੀ ਹੀ ਸ੍ਰਿਸ਼ਟੀ ਹੈ। ਜਿਹੜੀ ਮਤੀ ਸਿੱਖਿਆ ਬੁੱਧੀ ਤੁਸੀਂ ਦੇਣਾ ਕਰਦੇ ਹੋ, ਉਧਰ ਹੀ ਸਭਨਾਂ ਦਾ ਚੇਲ ਚੱਲਣਾ ਹੁੰਦਾ ਹੈ। ਜਨ ਨਾਨਕ ਕੇ ਪ੍ਰਭ ਅੰਤਰ ਜਾਮੀ, ਹਰ ਲਾਵੋ ਮਨੁਆ ਪੇਲ।
ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਹੇ ਸਾਡੇ ਜਨ ਦਾਸਾਂ ਦੇ ਪ੍ਰਭੂ ਮਾਲਕ ਅਤੇ ਸਭਨਾਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲੇ ਹੇ ਪਰਮੇਸ਼ਰ, ਤੁਸੀਂ ਸਾਡੇ ਇਹਨਾਂ ਜੋਗੀਆਂ ਦੇ ਮਨ ਨੂੰ ਪੇਲ ਪ੍ਰੇਰ ਕੇ ਆਪਣੇ ਹਰੀ ਨਾਮ ਵਿੱਚ ਲਾਉਣਾ ਕਰੋ। ਆਸਾ ਮਹੱਲਾ ਚੌਥਾ। ਇੱਕ ਸਮੇਂ ਸਤਿਗੁਰੂ ਸਾਹਿਬ ਜੀ ਦੇ ਪਾਸ ਰਾਸ ਪਾਉਣ ਵਾਲੇ ਰਾਸਧਾਰੀ ਆਏ ਅਤੇ ਕਿਹਾ ਕਿ ਮਹਾਰਾਜ, ਜੇ ਆਪ ਜੀ ਦਾ ਹੁਕਮ ਹੋਵੇ ਤਾਂ ਅਸੀਂ ਰਾਸ ਪਾ ਕੇ ਦੱਸੀਏ। ਤਾਂ ਸਤਿਗੁਰਾਂ ਨੇ ਕਿਹਾ ਕਿ ਇਹੋ ਜਿਹੀਆਂ ਰਾਸਾਂ ਪਾਉਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪ੍ਰਭੂ ਦਾ ਸਿਮਰਨ ਹੀ ਸਭ ਤੋਂ ਚੰਗਾ ਹੈ ਅਤੇ ਉਹਨਾਂ ਦੇ ਪਰਥਾਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਕਬ ਕੋ ਭਾਲੈ ਘੁੰਗਰੂ ਤਾਲਾ, ਕਬ ਕੋ ਬਜਾਵੈ ਰਬਾਬ। ਹੇ ਭਾਈ, ਕਦੋਂ ਕੋਈ ਪੈਰਾਂ ਵਿੱਚ ਪਾਉਣ ਲਈ ਘੁੰਗਰੂ ਵਜਾਉਣ ਲਈ ਤਾਲਾ ਕੈਂਸੀਆਂ ਨੂੰ ਭਾਲਦਾ ਹੈ, ਕਦੋਂ ਕੋਈ ਰਬਾਬ ਤਾਰ ਅਤੇ ਤੰਦ ਦਾ ਇੱਕ ਵਾਜਾ ਉਸ ਨੂੰ ਵਜਾਉਣ ਲਈ ਸੁਰ ਕਰਦਾ ਹੈ। ਆਵਤ ਜਾਤ ਬਾਰ ਖਿਨ ਲਾਗੈ, ਹਉ ਤਬ ਲਗ ਸਮਾਰੋ ਨਾਮ। ਉਹਨਾਂ ਨੂੰ ਆਵਤ ਜਾਵਤ ਆਉਂਦਿਆਂ ਜਾਂਦਿਆਂ ਛਿਨ ਮਾਤਰ ਜੋ ਬਾਹਰ ਦੇਰੀ ਲੱਗਦੀ ਹੈ, ਅਸੀਂ ਤਦ ਤੱਕ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਦੇ ਹਾਂ। ਮੇਰਾ ਮਨ ਐਸੀ ਭਗਤ ਬਨ ਆਈ। ਹੇ ਭਾਈ ਮੇਰੇ, ਸਾਡੇ ਮਨ ਹਿਰਦੇ ਵਿੱਚ ਤਾਂ ਅਜਿਹੀ ਪ੍ਰੇਮਾ ਭਗਤੀ ਬਣ ਆਈ ਹੈ। ਹਉ ਹਰ ਬਿਨ ਖਿਨ ਪਲ ਰਹਿ ਨ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ ਰਹਾਉ। ਹੇ ਰਾਸ ਧਾਰਿਓ, ਅਸੀਂ ਪਰਮੇਸ਼ਰ ਦੇ ਨਾਮ ਤੋਂ ਬਗੈਰ ਇੱਕ ਘੜੀ ਦਾ 60ਵਾਂ ਹਿੱਸਾ ਉਸ ਤੋਂ ਵੀ ਖਿਨ ਮਾਤਰ ਸਮਾਂ ਰਹਿ ਨਹੀਂ ਸਕਦੇ। ਜਿਵੇਂ ਜਲ ਪਾਣੀ ਤੋਂ ਬਗੈਰ ਮੱਛੀ ਮਰ ਜਾਂਦੀ ਹੈ, ਇਉਂ ਪਰਮੇਸ਼ਰ ਦੇ ਨਾਮ ਰੂਪ ਜਲ ਤੋਂ ਬਗੈਰ ਅਸੀਂ ਮਰਨਾ ਸਮਝਦੇ ਹਾਂ। ਰਹਾਉ ਕਬ ਕੋ ਮੇਲੈ ਪੰਚ ਸਤ ਗਾਇਣ, ਕਬ ਕੋ ਰਾਗ ਧੁਨ ਉਠਾਵੈ। ਕਦੋਂ ਕੋਈ 5-7 ਗਾਉਣ ਵਾਲੇ ਗਵਈਆਂ ਨੂੰ ਮੇਲ ਦਾ ਭਾਵ ਇਕੱਠੇ ਕਰਦਾ। ਕਦੇ ਕੋਈ ਗਵਈਏ ਪੰਚਮ ਸੁਰ, ਕਦੇ ਕੋਈ 7ਵੀਂ ਸੁਰ ਨੂੰ ਮੇਲਦੇ ਰਹਿੰਦੇ। ਭਾਵ ਕਹਿੰਦੇ ਹਨ ਕਿ ਆਹ ਸੁਰ ਕੋਮਲ ਹੈ, ਆਹ ਸੁਰ ਮੱਧਮ ਹੈ ਇਤਿਆਦਿ। ਕਦੇ ਕੋਈ ਰਾਗਾਂ ਦੀ ਧੁਨੀ ਨੂੰ ਉੱਚੀ ਉਠਾ ਕੇ ਸੁਣਾਉਂਦੇ ਆ। ਮੇਲਤ ਚੁਨਤ ਖਿਨ ਪਲ ਚਸਾ ਲਾਗੈ, ਤਬ ਲਗ ਮੇਰਾ ਮਨ ਰਾਮ ਗੁਣ ਗਾਵੈ। ਇਉਂ ਸੁਰਾਂ ਨੂੰ ਮੇਲਦਿਆਂ, ਗਵਈਆਂ ਨੂੰ ਚੁਣਦਿਆਂ, ਇਕੱਠੇ ਕਰਦਿਆਂ, ਆਵਾਜ਼ਾਂ ਨੂੰ ਮੇਲਦਿਆਂ ਹੋਇਆਂ, ਸੁਰਾਂ ਨੂੰ ਚੁਣਦਿਆਂ ਹੋਇਆਂ, ਇਹ ਮੇਘ ਰਾਗ ਦੀਆਂ ਸੁਰਾਂ ਹਨ ਜਾਂ ਇਹ ਪੰਚਮ ਵਿੱਚ ਰੱਖ ਕੇ ਬੋਲਣੀਆਂ। ਇਉਂ ਮੇਲਦਿਆਂ ਚੁਣਦਿਆਂ ਨੂੰ ਜੋ ਪਲ, ਜੋ ਖਿਨ ਅਤੇ ਚਸਾ ਜਿਤਨਾ ਸਮਾਂ ਲੱਗਦਾ, ਇੱਕ ਵਾਰ ਅੱਖ ਫਰਕਣ ਨੂੰ ਨਿਮਖ ਕਹਿੰਦੇ ਆ। 15 ਨਿਮਖ ਦਾ ਇੱਕ ਵਿਸ਼ਾ ਹੁੰਦਾ ਅਤੇ 17 ਵਿਸ਼ਿਆਂ ਦਾ ਇੱਕ ਚਸਾ ਹੁੰਦਾ। 30 ਚਸਿਆਂ ਦਾ ਇੱਕ ਪਲ ਹੁੰਦਾ। 60 ਪਲਾਂ ਦੀ ਇੱਕ ਘੜੀ ਹੁੰਦੀ ਆ। ਘੱਟ ਸ਼ਬਦ ਕਹਿਣ ਨਾਲ 2 ਖਿਨ ਬਤੀਤ ਹੁੰਦੇ ਆ। ਇਹ ਨਿਆਏ ਦਰਸ਼ਨ ਵਾਲਿਆਂ ਅਨੁਸਾਰ ਪਿੱਪਲ ਦੇ ਪੱਤੇ ਵਿੱਚ ਸੂਈ ਮਾਰਦਿਆਂ 4 ਖਿਨ ਬਤੀਤ ਹੋ ਜਾਂਦੇ ਹਨ। ਇਹ ਕੁਝ ਕਰਦਿਆਂ ਜੋ ਥੋੜ੍ਹਾ ਜਿੰਨਾ ਸਮਾਂ ਵੀ ਲੱਗਦਾ, ਉਤਨਾ ਚਿਰ ਤੱਕ ਸਾਡਾ ਮਨ ਹਿਰਦਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ। ਕਬ ਕੋ ਨਾਚੈ ਭਾਵ ਪਸਾਰੈ, ਕਬ ਕੋ ਹਾਥ ਪਸਾਰੈ। ਕਦੇ ਕੋਈ ਪੈਰਾਂ ਨੂੰ ਪਸਾਰ ਫੈਲਾ ਕੇ ਨੱਚਦਾ, ਕਦੇ ਕੋਈ ਹੱਥ ਪਸਾਰ ਕੇ ਫੈਲਾ ਕੇ ਇਸ਼ਾਰਾ ਕਰਦਾ। ਹਾਥ ਭਾਵ ਪਸਾਰਤ ਬਿਲਮ ਤਿਲ ਲਾਗੈ, ਤਬ ਲਗ ਮੇਰਾ ਮਨ ਰਾਮ ਸਮਾਰੈ। ਹੱਥ ਅਤੇ ਭਾਵ ਪੈਰਾਂ ਨੂੰ ਪਸਾਰਦਿਆਂ ਜੋ ਤਿਲ ਤਨਕ ਮਾਤਰ ਬਿਲਮ ਦੇਰ ਲੱਗਦੀ ਹੈ, ਤਦ ਤੱਕ ਸਾਡਾ ਮਨ ਹਿਰਦਾ ਪਰਮੇਸ਼ਰ ਦੇ ਨਾਮ ਨੂੰ ਸਮਾਰੈ ਯਾਦ ਕਰਦਾ ਹੈ। ਭਾਵ ਇਤਨਾ ਚਿਰ ਵੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਹੀਂ ਹੋਣਾ ਚਾਹੁੰਦੇ। ਕਬ ਕੋ ਲੋਗਨ ਕਉ ਪਤੀ ਆਵੈ, ਲੋਕ ਪਤੀਣੈ ਨਾ ਪਤ ਹੋਏ। ਕਦੇ ਕੋਈ ਲੋਗਨ ਲੋਕਾਂ ਤਾਈਂ ਹੀ ਪਤੀ ਆਵੈ, ਪਤਿਆਉਣ ਪ੍ਰਸੰਨ ਕਰਦੇ ਫਿਰਦੇ, ਪਰੰਤੂ ਲੋਕਾਂ ਦੇ ਭਤੀਜਣ ਪ੍ਰਸੰਨ ਕਰਨ ਨਾਲ ਵਾਹਿਗੁਰੂ ਦੀ ਦਰਗਾਹ ਵਿੱਚ ਇੱਜ਼ਤ ਨਹੀਂ ਹੋਣੀ। ਜਨ ਨਾਨਕ ਹਰ ਹਿਰਦੈ ਸਦ ਧਿਆਵੋ, ਤਾ ਜੈ ਜੈ ਕਰੇ ਸਭ ਕੋਇ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਹੇ ਜਨ ਪੁਰਸ਼ੋ, ਜੇਕਰ ਹਮੇਸ਼ਾ ਹੀ ਆਪਣੇ ਮਨ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋਗੇ, ਤਦ ਸਾਰੇ ਕੋਈ ਹੀ ਤੁਹਾਡੀ ਜੈ ਜੈਕਾਰ ਕਰੇਗਾ। ਆਸਾ ਮਹੱਲਾ ਚੌਥਾ। ਰਾਸਧਾਰੀਆਂ ਨੇ ਕਿਹਾ ਕਿ ਮਹਾਰਾਜ,
ਕਲਿਆਣ ਕਿਸ ਪ੍ਰਕਾਰ ਹੋਵੇਗੀ। ਤਦ ਸਤਿਗੁਰੂ ਜੀ ਫਰਮਾਉਂਦੇ ਹਨ, ਸਤ ਸੰਗਤ ਮਿਲੀਐ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ। ਹੇ ਭਾਈ, ਹਰੀ ਪਰਮੇਸ਼ਰ ਦੇ ਸਾਧੂ ਸੰਤ ਜਨਾਂ ਦੀ ਸਤ ਸੰਗਤ, ਸੱਚੀ ਸੰਗਤ ਵਿੱਚ ਮਿਲਣਾ ਕਰੋ। ਫਿਰ ਸੰਗਤ ਵਿੱਚ ਮਿਲ ਕਰਕੇ ਹਰੀ ਪਰਮੇਸ਼ਰ ਦੇ ਗੁਣਾਂ ਤਾਈਂ ਗਾਉਣਾ ਕਰੋ। ਗਿਆਨ ਰਤਨ ਬਲਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਤਦ ਰਤਨ ਮਾਣਕਾਂ ਦੀ ਨਿਆਈ ਅਮੋਲਕ ਬ੍ਰਹਮ ਦਾ ਗਿਆਨ ਰੂਪ ਦੀਵਾ ਬਲਿਆ ਜਗਣ ਨਾਲ ਹਿਰਦੇ ਵਿੱਚ ਚਾਨਣ ਪ੍ਰਕਾਸ਼ ਹੋ ਜਾਂਦਾ ਹੈ ਅਤੇ ਅਗਿਆਨ ਰੂਪੀ ਹਨੇਰਾ ਚਲਿਆ ਜਾਂਦਾ। ਹਰ ਜਨ ਨਾਚੋ ਹਰ ਹਰ ਧਿਆਏ। ਹੇ ਹਰੀ ਪਰਮੇਸ਼ਰ ਦੇ ਜਨ ਸੇਵਕੋ, ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣ ਰੂਪ ਨੱਚਣਾ ਕਰੋ, ਨਿਰਤਕਾਰ ਕਰਨੀ ਕਰੋ। ਇਹ ਨਿਰਣਾ ਕਰੋ ਕਿ ਹਰੀ ਪਰਮੇਸ਼ਰ ਕਿਵੇਂ ਧਿਆਇਆ ਜਾਂਦਾ। ਇਉਂ ਨਿਰਣਾ ਕਰਨ ਰੂਪ ਨਿਰਤਕਾਰੀ ਕਰੋ, ਨੱਚਣਾ ਕਰੋ। ਐਸੇ ਸੰਤ ਮਿਲ ਹੈ ਮੇਰੇ ਭਾਈ, ਹਮ ਜਨ ਕੇ ਧੋਵਹਿ ਪਾਏ ਰਹਾਉ। ਹੇ ਮੇਰੇ ਸਾਡੇ ਭਾਈ ਭਰਾਵੋ, ਅਜਿਹੇ ਨਿਰਣਾ ਕਰਨ ਰੂਪ ਨਿਰਤਕਾਰੀ ਕਰਨ ਵਾਲੇ ਸੰਤ ਸ੍ਰੇਸ਼ਟ ਪੁਰਸ਼ ਮਿਲ ਪੈਣ ਤਾਂ ਅਸੀਂ ਉਹਨਾਂ ਜਨਾਂ ਪੁਰਸ਼ਾਂ ਦੇ ਪਾਏ ਚਰਨਾਂ ਨੂੰ ਧੋਵਾਂਗੇ ਰਹਾਉ। ਹਰ ਹਰ ਨਾਮ ਜਪੋ ਮਨ ਮੇਰੇ, ਅਨ ਦਿਨ ਹਰ ਲਿਵ ਲਾਏ। ਹੇ ਮੇਰੇ ਸਾਡੇ ਪਿਆਰੇ ਮਨਾ, ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਅਤੇ ਅਨ ਦਿਨ ਰਾਤ ਦਿਨ ਇੱਕ ਰਸ ਹਰੀ ਨਾਮ ਵਿੱਚ ਲਿਵ ਬਿਰਤੀ ਲਾਉਣਾ ਕਰੋ। ਬਿਰਤੀ ਜੋੜ ਕੇ ਨਾਮ ਜਪਣਾ ਕਰੋ। ਜੋ ਇੱਛੋ ਸੋਈ ਫਲ ਪਾਵੋ, ਫਿਰ ਭੂਖ ਨਾ ਲਾਗੈ ਆਏ। ਜਿਹੜੀ ਵੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ। ਫਿਰ ਮੁੜ ਕੇ ਦੁਨੀਆ ਦੇ ਪਦਾਰਥਾਂ ਦੀ ਆਸਾ ਰੂਪ ਭੁੱਖ ਆ ਕੇ ਨਹੀਂ ਲੱਗੇਗੀ। ਆਪੇ ਹਰ ਅਪਰੰਪਰ ਕਰਤਾ, ਹਰ ਆਪੇ ਬੋਲ ਬੋਲਾਏ। ਆਪੇ ਹਰ ਅਪਰੰਪਰ ਕਰਤਾ, ਹਰ ਆਪੇ ਬੋਲ ਬੋਲਾਏ। ਹੇ ਭਾਈ, ਹਰੀ ਪਰਮੇਸ਼ਰ ਆਪ ਹੀ ਅਪਰੰਪਰ, ਪਰੇ ਤੋਂ ਪਰੇ, ਪ੍ਰਕਿਰਤੀ ਤੋਂ ਪਰੇ ਜਗਤ ਨੂੰ ਪੈਦਾ ਕਰਨ ਵਾਲਾ ਹੈ ਅਤੇ ਹਰੀ ਆਪ ਹੀ ਬੋਲ ਬਚਨਾ ਤਾਈਂ ਬੁਲਾਏ ਕਹੀਏ ਬੁਲਾਉਣ ਵਾਲਾ ਹੈ। ਆਪ ਹੀ ਬ੍ਰਹਮ ਗਿਆਨੀ, ਬ੍ਰਹਮ ਗਿਆਨ ਦੇ ਬਚਨਾ ਭਾਵ ਮਹਾਂਵਾਕਾਂ ਆਦਿ ਨੂੰ ਬੁਲਾ ਰਿਹਾ। ਸੇਈ ਸੰਤ ਭਲੇ ਤੁਧ ਭਾਵਹਿ, ਜਿਨ ਕੀ ਪਤ ਪਾਵਹਿ ਥਾਏ। ਹੇ ਮਹਾਰਾਜ, ਉਹੀ ਸੰਤ ਸ੍ਰੇਸ਼ਟ ਪੁਰਖ ਚੰਗੇ ਹਨ ਜੋ ਤੁਹਾਨੂੰ ਭਾਉਂਦੇ ਹਨ, ਜੋ ਤੁਹਾਡੀ ਭਾਵਨਾ ਕਰਦੇ ਹਨ ਅਤੇ ਜਿਨ੍ਹਾਂ ਦੀ ਪਤ ਇੱਜ਼ਤ ਕਾਮ ਕ੍ਰੋਧ ਆਦਿ ਤੋਂ ਬਚਾ ਕੇ ਥਾਂ ਭਾਵ ਲੇਖੇ ਵਿੱਚ ਪਾ ਲੈਂਦੇ ਹੋ। ਨਾਨਕ ਆਖ ਨਾ ਰਾਜੈ ਹਰ ਗੁਣ, ਜਿਉ ਆਖੈ ਤਿਉ ਸੁਖ ਪਾਏ। ਸਤਿਗੁਰੂ ਸਾਹਿਬ ਜੀ ਉਚਾਰਦੇ ਹਨ ਕਿ ਅਸੀਂ ਹਰੀ ਪਰਮੇਸ਼ਰ ਦੇ ਉਪਕਾਰਾਂ ਨੂੰ ਆਖ ਕਹਿ ਕੇ ਰਾਜੈ ਤ੍ਰਿਪਤ ਨਹੀਂ ਹੁੰਦੇ। ਜਿਵੇਂ ਜਿਵੇਂ ਹੀ ਗੁਣਾ ਤਾਈਂ ਆਖਦੇ ਹਾਂ ਤਿਵੇਂ ਸੁਖ ਆਨੰਦ ਪ੍ਰਾਪਤ ਕਰਦੇ ਹਾਂ। ਭਗਤ ਭੰਡਾਰ ਦੀਏ, ਹਰ ਆਪਣੇ ਗੁਣ ਗਾਹਕ ਵਣਜ ਲੈ ਜਾਏ। ਹੇ ਹਰੀ ਪਰਮੇਸ਼ਰ ਜੀ, ਤੁਸੀਂ ਆਪਣੇ ਸੇਵਕਾਂ ਨੂੰ ਭਗਤੀ ਦੇ ਭੰਡਾਰੇ ਖਜ਼ਾਨੇ ਦੇਣਾ ਕੀਤੇ ਹਨ ਅਤੇ ਜਿਹੜੇ ਗੁਣਾਂ ਦੇ ਗਾਹਕ ਖਰੀਦਦਾਰ ਹਨ ਉਹ ਨਾਮ ਰੂਪੀ ਸੌਦੇ ਨੂੰ ਵਣਜ ਕਹੀਏ ਖਰੀਦ ਕੇ ਸੱਚਖੰਡ ਨੂੰ ਲੈ ਜਾਂਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ, ਘਰ 8ਵੇਂ ਕੇ ਕਾਫੀ, ਮਹੱਲਾ ਚੌਥਾ। ਇੱਕ ਜੋ ਅਦਵੈਤ ਬ੍ਰਹਮ ਸਰੂਪ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਆਸਾ ਵਿੱਚ 8ਵੇਂ ਘਰ ਸੁਰਤਾਲ ਦੇ ਕਾਫੀ ਛੰਦ ਵਿੱਚ ਚੌਥੇ ਪਾਤਸ਼ਾਹ ਜੀ ਉਚਾਰਦੇ ਹਨ। ਸੋ ਕਾਫੀ ਹੇਠਾਂ 2 ਅੰਕ ਤੋਂ ਭਾਵ ਕਿ ਚੌਥੇ ਪਾਤਸ਼ਾਹ ਜੀ ਦੇ 8ਵੇਂ ਘਰ ਵਿੱਚ 2 ਸ਼ਬਦ ਆਉਣਗੇ। 2 ਅੰਕ ਸਮਝਣਾ ਹੀ ਹੈ, ਪੜ੍ਹਨਾ ਨਹੀਂ ਹੈ। ਕਾਫੀ ਸ਼ਬਦ ਦੀ ਵਿਚਾਰ ਇਸ ਪੋਥੀ ਵਿੱਚ ਸੋ ਆਪ ਜੀ ਨੂੰ ਜ਼ਰੂਰ ਅੱਗੇ ਜਾ ਕੇ ਇਸ ਬਾਰੇ ਨਿਰਣਾ ਕਰਕੇ ਦੱਸਿਆ ਜਾਵੇਗਾ। ਜੋ ਹਰ ਕੈ ਭਾਣੈ ਸਤਿਗੁਰ ਮਿਲੈ ਸ਼ਬਦ ਵਿੱਚ ਪੜ੍ਹੋ। ਆਇਆ ਮਰਨ ਤੁਰਾਹੁ ਹਉਮੈ ਰੋਈਐ। ਹੇ ਜੀਵ, ਧੁਰ ਤੋਂ ਆਦਿ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਅਨੁਸਾਰ ਸਾਰਿਆਂ ਉੱਪਰ ਮਰਨਾ ਆਇਆ ਹੋਇਆ।
ਦੇਹ ਦੀ ਹਉਮੈ ਹੰਗਤਾ ਮਮਤਾ ਕਰਕੇ ਮਰਨ ਤੋਂ ਰੋਂਦੇ ਹਨ। ਗੁਰਮੁਖ ਨਾਮ ਧਿਆਏ ਅਸਥਿਰ ਹੋਈ ਹੈ। ਜਿਹੜੇ ਸਤਿਗੁਰਾਂ ਦੇ ਸਨਮੁਖ ਹੋ ਕੇ ਨਾਮ ਨੂੰ ਧਿਆਉਂਦੇ ਹਨ ਉਹ ਵਾਹਿਗੁਰੂ ਦੇ ਸਰੂਪ ਵਿੱਚ ਸਥਿਤ ਹੋ ਜਾਂਦੇ ਆ। ਗੁਰ ਪੂਰੇ ਸਾਬਾਸ ਚੱਲਣ ਜਾਣਿਆ। ਪੂਰਨ ਸਤਿਗੁਰੂ ਸਾਹਿਬ ਜੀ ਧੰਤਾ ਦੇ ਯੋਗ ਹਨ, ਜਿਨ੍ਹਾਂ ਦੀ ਕਿਰਪਾ ਕਰਕੇ ਅਸੀਂ ਸੰਸਾਰ ਤੋਂ ਚਲੇ ਜਾਣਾ ਜਾਣ ਲਿਆ ਹੈ। ਲਾਹਾ ਨਾਮ ਸੁਸਾਰ ਸ਼ਬਦ ਸਮਾਣਿਆ ਰਹਾਉ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਲਾਭ ਲਿਆ ਹੈ ਉਹ ਸਾਰ ਸ੍ਰੇਸ਼ਟ ਪੁਰਸ਼ ਬ੍ਰਹਮ ਵਿੱਚ ਸਮਾ ਗਏ ਅਭੇਦ ਹੋ ਜਾਂਦੇ ਹਨ। ਰਹਾਉ ਪੂਰਬ ਲਿਖੇ ਡੇਹ ਸੇ ਆਏ ਮਾਇਆ। ਪੂਰਬਲੇ ਲਿਖੇ ਹੋਏ ਲੇਖਾਂ ਅਨੁਸਾਰ ਜੋ ਡੇਹ ਹੁੰਦਾ ਦਿਨ ਲਿਖਾ ਕੇ ਆਏ ਸੀ, ਭਾਵ ਕਿ ਇਤਨੇ ਸਾਲ ਮਹੀਨੇ ਦਿਨ ਘੜੀਆਂ ਪਲ ਇੰਨੇ ਸਾਹ ਲੈਣੇ, ਉਹ ਮਰਨ ਵਾਲੇ ਦਿਨ ਆ ਗਏ ਹਨ, ਪਰੰਤੂ ਛਲ ਭਰਮ ਵਿੱਚ ਲੱਗੇ ਹੋਏ ਨੇ। ਹੇ ਮਾਇਆ ਮਾਤਾ ਰੂਪ ਸੰਤ ਜਨੋ, ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਮਰਨ ਵਾਲੇ ਦਿਨ ਸਭਨਾਂ ਉੱਤੇ ਆ ਗਏ। ਚੱਲਣ ਅੱਜ ਕੇ ਕੱਲ ਧੁਰੋ ਫੁਰਮਾਇਆ। ਅੱਜ ਜਾਂ ਕੱਲ ਨੂੰ ਸੰਸਾਰ ਤੋਂ ਚੱਲਣਾ ਹੋਵੇ, ਜਦੋਂ ਕੱਲ ਕਾਲ ਅੱਜ ਆ ਜਾਵੇਗਾ ਉਦੋਂ ਚੱਲਣਾ ਹੀ ਪਵੇਗਾ। ਇਹ ਧੁਰੋਂ ਧੁਰ ਦਰਗਾਹੋਂ ਹੀ ਪਰਮੇਸ਼ਰ ਨੇ ਹੁਕਮ ਫਰਮਾਉਣਾ ਕੀਤਾ ਹੈ। ਧੁਰੋਂ ਪਰਮੇਸ਼ਰ ਦਾ ਫਰਮਾਨ ਆਇਆ ਹੋਇਆ ਹੈ। ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ। ਹੇ ਭਾਈ, ਉਹਨਾਂ ਜੀਵਾਂ ਦਾ ਮਨੁੱਖਾ ਜਨਮ ਵਿਅਰਥ ਹੀ ਹੈ ਜਿਨ੍ਹਾਂ ਨੇ ਪ੍ਰਭੂ ਦੇ ਅੰਮ੍ਰਿਤ ਨਾਮ ਨੂੰ ਵਿਸਾਰਿਆ, ਭੁਲਾ ਦਿੱਤਾ ਹੈ। ਜੂਐ ਖੇਲਣ ਜਗ ਕੇ ਇਹੋ ਮਨ ਹਾਰਿਆ। ਉਹ ਜਗ ਸੰਸਾਰ ਵਿੱਚ ਵਿਸ਼ਿਆਂ ਰੂਪੀ ਜੂਏ ਦੇ ਖੇਡਣ ਵਿੱਚ ਲੱਗ ਰਹੇ ਹਨ ਕਿ ਅੰਤ ਨੂੰ ਇਹ ਮਨ ਨੂੰ ਹੀ ਦੁਨੀਆ ਤੋਂ ਹਾਰ ਜਾਂਦੇ ਹਨ। ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ। ਹੇ ਭਾਈ, ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਸਤਿਗੁਰੂ ਜੀ ਨੂੰ ਪਾਉਣਾ ਕੀਤਾ ਹੈ, ਉਹਨਾਂ ਨੂੰ ਜਿਉਂਦਿਆਂ ਅਤੇ ਮਰਿਆਂ ਨੂੰ ਜੀਵਨ ਜੀਵਤ ਭਾਵ ਤੋਂ ਮਰਨ ਨਾਲ ਆਨੰਦ ਹੁੰਦਾ। ਨਾਨਕ ਸੱਚੇ ਸੱਚ ਸੱਚ ਸਮਾਇਆ। ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜੋ ਗੁਰਾਂ ਦੁਆਰਾ ਪਰਮੇਸ਼ਰ ਦੇ ਸੱਚੇ ਨਾਮ ਤਾਈਂ ਜਪਦੇ ਹਨ ਉਹ ਸਤ ਸਰੂਪ ਵਿੱਚ ਸਮਾਇਆ ਅਭੇਦ ਹੋ ਜਾਂਦੇ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।